ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਗਗਨ ਤੇ ਸਵਾਗਤ ਹੈ ਸਾਰਿਆਂ ਦਾ ਪੰਜਾਬ ਅੱਡਾ 24/7 ਤੇ। ਤਾਂ ਜਿੱਦਾਂ ਤੁਸੀਂ ਮੇਰੇ ਮਗਰ ਪੜ੍ਹ ਰਹੇ ਹੋ, ਇਹ ਜਲੰਧਰ ਦੀ ਖਬਰ ਹੈ। 4 ਔਰਤਾਂ ਨੇ ਇੱਕ ਮੁੰਡੇ ਨੂੰ ਕੀਤਾ ਕਿਡਨੈਪ ਤੇ ਉਹਦਾ ਗੱਡੀ 'ਚ ਕੀਤਾ ਰੇਪ। ਪਹਿਲਾਂ ਇਹਦੇ ਬਾਰੇ ਕਹਾਣੀ ਪੜਾਂਗੇ, ਕਹਾਣੀ ਸੁਣਾਂਗੇ, ਕਹਾਣੀ ਕੀ ਹੈ ਜਿਹੜੀ ਮੁੰਡੇ ਨੇ ਦੱਸੀ ਕਥਿਤ ਤੌਰ ਤੇ ਬਾਅਦ 'ਚ ਆਪਾਂ ਪੜਾਂਗੇ ਇਹਦੇ ਬਾਰੇ, ਸੋਚਾਂਗੇ ਕਿ ਇਹਦੇ ਬਾਰੇ ਲੌਜ਼ ਕੀ ਕਹਿੰਦੇ ਨੇ। ਅਸੀਂ ਬਹੁਤ ਵਾਰ ਸੁਣਿਆ ਹੈ ਜਿਹੜੇ ਰੇਪ ਹੁੰਦਾ ਹੈ ਮੁੰਡੇ ਉੱਤੇ ਕਿੱਦਾਂ, ਕਿਹੜੇ ਲੌਜ਼ ਲੱਗ ਸਕਦੇ ਨੇ, ਕਿਹੜਾ ਜੁਰਮ ਲੱਗ ਸਕਦਾ ਹੈ, ਕਿੱਦਾਂ ਚਾਰਜ ਹੋ ਸਕਦਾ ਹੈ, ਲੇਕਿਨ ਕਿਆ ਕੁੜੀਆਂ ਉੱਤੇ ਵੀ ਚਾਰਜ ਹੋ ਸਕਦਾ ਹੈ, ਉਹਦੇ ਬਾਰੇ ਪੜ੍ਹਦੇ ਹਾਂ। ਤਾਂ ਜੀ ਗੱਲ ਹੈ ਜੀ ਜਲੰਧਰ ਸ਼ਹਿਰ ਦੀ ਗੱਲ ਹੈ ਜੀ। ਇਸ ਪਿਛਲੇ ਗਏ ਬੀਤੇ ਐਤਵਾਰ ਦੀ ਗੱਲ ਹੈ। ਮੁੰਡਾ ਸੀਗਾ ਫੈਕਟਰੀ 'ਚ ਕੰਮ ਕਰ ਰਿਹਾ ਸੀਗਾ, ਫੈਕਟਰੀ 'ਚ ਕੰਮ ਕਰਕੇ ਵਿਹਲਾ ਹੋ ਕੇ ਰਾਤ ਦੇ 2:30-3 ਵਜੇ ਮਿਹਨਤ ਕਰਕੇ ਉਹ ਘਰੇ ਜਾ ਰਿਹਾ ਸੀਗਾ। ਜਿਸ ਟਾਈਮ ਉਹਨੂੰ 4 ਕੁੜੀਆਂ ਨੇ ਰੋਕਿਆ, ਗੱਡੀ 'ਚ ਜਾ ਰਹੀਆਂ ਸੀਗੀਆਂ, ਠੀਕ ਹੈ ਜੀ। ਮੁੰਡਾ ਜਾ ਰਿਹਾ ਸੀ, ਉਹਨੂੰ ਗੱਡੀ 'ਚ ਰੋਕਿਆ, 4 ਕੁੜੀਆਂ ਸੀਗੀਆਂ। ਉਹਨਾਂ ਨੇ ਉਹ ਤੋਂ ਪੁੱਛਿਆ ਉਹਦਾ ਐਡਰੈਸ, ਕੀ ਭਾਜੀ ਐਡਰੈਸ ਪੁੱਛਿਆ, ਜੋ ਵੀ ਕਿਤੇ ਵੀ ਜਾਣਾ। ਤਾਂ ਉਹਨੂੰ ਕਹਿੰਦੇ ਵੀ ਜਿਹੜਾ ਮੁੰਡੇ ਨੇ ਦੱਸਿਆ ਕਥਿਤ ਤੌਰ ਤੇ ਵੀ ਉਹਨੂੰ ਕੁਝ ਕਿਸੇ ਤਰ੍ਹਾਂ ਦੀ ਖੁਸ਼ਬੂ ਸੰਘਾਈ ਗਈ, ਕਿਸੇ ਤਰ੍ਹਾਂ ਦਾ ਉਹਨੂੰ ਕੁਝ ਸੰਘਾਇਆ ਗਿਆ, ਇੰਟੌਕਸੀਕੇਟਿੰਗ ਚੀਜ਼ ਸੀ ਜਿੱਤੋਂ ਹੋ ਗਿਆ ਬੇਹੋਸ਼ ਉਹ। ਤੇ ਉਹਨੂੰ ਫਿਰ ਉਹ ਤੋਂ ਬਾਅਦ ਗੱਡੀ 'ਚ ਬਿਠਾ ਕੇ ਲੈ ਕੇ ਗਈ ਤੇ ਮੁੰਡੇ ਨੇ ਦੱਸਿਆ ਕਿ ਸਾਰੀ ਰਾਤ ਉਹਦੇ ਨਾਲ ਉਹ ਕੁੜੀਆਂ ਨੇ ਰੇਪ ਕੀਤਾ ਤੇ ਬਾਅਦ 'ਚ ਉਹਨੂੰ ਬੰਨ੍ਹ ਕੇ ਉਹਨੂੰ ਸੜਕ ਤੇ ਛੱਡ ਕੇ ਚਲੀ ਗਈ। ਜਲੰਧਰ ਦੀ ਗੱਲ ਹੈ। ਮੁੰਡਾ 3 ਵਜੇ ਰਾਤ ਨੂੰ ਮਿਹਨਤ ਕਰਕੇ ਫੈਕਟਰੀ ਤੋਂ ਨਿਕਲਿਆ ਸੀ, ਕੁੜੀਆਂ ਨੇ ਰੋਕਿਆ, ਐਡਰੈਸ ਬਾਰੇ ਪੁੱਛਿਆ, ਉਹ ਤੋਂ ਐਡਰੈਸ ਬਾਰੇ ਪੁੱਛ ਕੇ ਉਹਨੂੰ ਬੇਹੋਸ਼ ਕੀਤਾ, ਸਾਰੀ ਰਾਤ ਉਹਦੇ ਬਾਰੇ ਨਾਲ ਕੀਤਾ ਰੇਪ ਤੇ ਸਵੇਰੇ ਉਹਨੂੰ ਬੰਨ੍ਹ ਕੇ ਉਹਨੂੰ ਸੜਕ ਤੇ ਛੱਡ ਕੇ ਚਲੀ ਗਈ। ਉਹਨੇ 2-3 ਦਿਨ ਬਾਅਦ ਇਹ ਚੀਜ਼ ਬਾਹਰ ਜ਼ਾਹਿਰ ਕੀਤੀ, ਪੁਲਿਸ ਕੋਲ ਕੰਪਲੇਂਟ ਵਗੈਰਾ ਕੀਤੀ ਹੈ। ਲੇਕਿਨ ਅੱਜ ਆਪਾਂ ਪੜ੍ਹਨ ਜਾ ਰਹੇ ਕਿ ਇਹਦੇ ਬਾਰੇ ਲੌਜ਼ ਕੀ ਕਹਿੰਦੇ ਨੇ, ਸਾਡੇ ਲੌਜ਼ ਕੀ ਕਹਿੰਦੇ ਨੇ। ਅਸੀਂ ਬਹੁਤ ਵਾਰ ਸੁਣਿਆ, ਸਾਨੂੰ ਪਤਾ ਹੈ ਕਿ ਜਦੋਂ ਮੁੰਡਾ ਰੇਪ ਕਰਦਾ ਤਾਂ ਸਾਡੇ ਉੱਤੇ ਕੀ ਲੌਜ਼ ਲੱਗਦੇ ਨੇ, ਲੇਕਿਨ ਕੁੜੀਆਂ ਉੱਤੇ ਰੇਪ ਦਾ ਇਹਦਾ ਚਾਰਜ ਲੱਗ ਸਕਦਾ ਹੈ ਕਿ ਨਹੀਂ। ਤਾਂ ਪਹਿਲਾਂ ਆਪਾਂ ਜਾਣਦੇ ਰੇਪ ਹੈ ਕੀ, ਵਾਟ ਇਜ਼ ਰੇਪ। ਸਾਡੇ ਸੈਕਸ਼ਨ ਇੰਡੀਅਨ ਪੀਨਲ ਕੋਡ ਦੇ ਸੈਕਸ਼ਨ 375 ਵਿੱਚ ਲਿਖਿਆ ਹੋਇਆ, ਪਹਿਲੀ ਲਾਈਨ ਪੜ੍ਹਿਓ ਕੀ ਲਿਖਿਆ, ਅ ਮੈਨ ਇਜ਼ ਸੈਟ ਟੂ ਕਮਿਟ ਰੇਪ। ਖਤਮ ਹੋ ਜਾਂਦੀ ਇੱਥੇ ਚੀਜ਼ ਹੀ। ਅ ਮੈਨ ਇਜ਼ ਸੈਟ ਟੂ ਕਮਿਟ ਰੇਪ, ਮੈਨ ਦਾ ਮਤਲਬ ਆਦਮੀ, ਬੰਦਾ, ਮੁੰਡਾ, ਖਤਮ, ਠੀਕ ਹੈ, ਖਤਮ। ਬਾਕੀ ਪੂਰਾ ਪੜ੍ਹਦੇ ਹਾਂ, ਐਂਡ 'ਚ ਡਿਸਕਸ ਕਰਾਂਗੇ। ਅ ਮੈਨ ਇਜ਼ ਸੈਟ ਟੂ ਕਮਿਟ ਰੇਪ ਹੂ ਐਕਸੈਪਟ ਇਨ ਦ ਕੇਸ ਹੇਅਰ ਇਨ ਆਫਟਰ ਹੈਜ਼ ਸੈਕਸ਼ੂਅਲ ਇੰਟਰਕੋਰਸ ਵਿਦ ਅ ਵੂਮਨ। ਬਹੁਤ ਹੀ ਕਲੀਅਰ ਕਰਤਾ ਇਹਨਾਂ ਨੇ। ਸੈਕਸ਼ਨ 375 ਵਿੱਚ ਲਿਖਿਆ ਕਿ ਇੱਕ ਮੁੰਡਾ ਹੀ ਬਲਾਤਕਾਰ ਕਰ ਸਕਦਾ ਹੈ ਕਿਸੇ ਕੁੜੀ ਨਾਲ, ਕੋਈ ਸੈਕਸ਼ੂਅਲ ਇੰਟਰਕੋਰਸ ਕੀਤਾ ਹੋਵੇ। ਤਾਂ ਜੀ 6 ਕੰਡੀਸ਼ਨਸ ਗਿਵਨ ਨੇ, 6 ਸਿਚੁਏਸ਼ਨਸ ਨੇ, ਜਿੱਦਾਂ ਦੀ ਉਹਦੀ ਮਰਜ਼ੀ ਦੇ ਵਿਰੁੱਧ ਹੋ ਗਿਆ, ਉਹਦੀ ਸਹਿਮਤੀ ਤੋਂ ਬਿਨਾਂ ਹੋ ਗਿਆ, ਜ਼ਬਰਦਸਤੀ ਹੋ ਗਿਆ, ਉਹਦਾ ਗਲਤ ਵਿਆਖਿਆ ਹੈ ਨਾ, ਕਿ ਮਿਸ ਇੰਟਰਪ੍ਰੀਟੇਸ਼ਨ ਕਰਕੇ ਧੋਖਾਧੜੀ ਨਾਲ, ਜਿੱਦਾਂ ਕਿ ਕਹਿੰਦੇ ਨਾ ਵੀ ਵਿਆਹ ਦਾ ਲਾਰਾ ਲਾ ਕੇ ਉਹ ਹੋ ਗਿਆ, ਠੀਕ ਹੈ। ਮਾਨਸਿਕ ਸਿਹਤ ਠੀਕ ਨਾ ਹੋਵੇ ਉਹਦੇ ਨਾਲ ਕੀਤਾ, ਜਾਂ ਫਿਰ ਕਿਸੇ ਵੀ ਕੇਸ ਵਿੱਚ ਉਹ ਕੁੜੀ 18 ਸਾਲ ਤੋਂ ਥੱਲੇ ਹੋਈ। ਤਾਂ ਫਿਰ ਮੁੰਡਿਆਂ ਦਾ ਕੀ ਹੋਊਗਾ? ਮੁੰਡਿਆਂ ਦਾ ਰੇਪ ਹੋ ਸਕਦਾ ਹੈ। ਕੈਨ ਮੈਨ ਬੀ ਰੇਪਡ ਇਨ ਇੰਡੀਆ? ਤਾਂ ਜੀ ਅਕੋਰਡਿੰਗ ਟੂ ਇੰਡੀਅਨ ਲਾਜ਼ ਬਹੁਤ ਹੀ ਕਲੀਅਰ ਗੱਲ ਹੈ ਜੀ, ਮੈਨ ਕਾਂਟ ਬੀ ਰੇਪਡ ਐਟ ਆਲ। ਮੁੰਡਿਆਂ ਦਾ ਰੇਪ ਕੀਤਾ ਹੀ ਨਹੀਂ ਜਾ ਸਕਦਾ। ਦੇ ਕੈਨ ਓਨਲੀ ਬੀ ਸੋਡੋਮਾਈਜ਼ ਵਿਚ ਇਜ਼ ਕਵਰਡ ਅੰਡਰ ਆਰਟੀਕਲ 377 ਆਫ ਦ ਇੰਡੀਅਨ ਪੀਨਲ ਕੋਡ। 377 ਆਰਟੀਕਲ ਤੁਸੀਂ ਸੁਣਿਆ ਹੋਗਾ, ਅਨਨੈਚੁਰਲ ਸੈਕਸ ਬਾਰੇ ਹੁੰਦਾ, ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੈਨੀਟ੍ਰੇਸ਼ਨ ਇਨਵੋਲਵਡ ਹੁੰਦਾ, ਜਿਹਨੂੰ ਆਪਾਂ ਸੋਡੋਮਾਈਜ਼ ਕਹਿੰਦੇ ਨੇ। ਅਨਨੈਚੁਰਲ ਸੈਕਸ ਮਤਲਬ ਕਿ ਅਨਨੈਚੁਰਲ ਹੋ ਗਿਆ, ਮੰਨ ਲਓ ਕਿ ਨੈਚੁਰਲ ਹੁੰਦਾ ਕਿ ਮੇਲ ਤੇ ਫੀਮੇਲ ਵਿੱਚ ਹੁੰਦਾ, ਅਨਨੈਚੁਰਲ ਮਤਲਬ ਮੁੰਡਾ ਹੋ ਗਿਆ, ਮੁੰਡਾ ਕੋਈ ਐਨੀਮਲ ਹੋ ਗਿਆ, ਕੁੜੀ ਕੋਈ ਐਨੀਮਲ ਹੋ ਗਿਆ, ਕੁੜੀ, ਕਿਉਂਕਿ ਉਹ ਨੇਚਰ ਦੇ ਵਿਰੁੱਧ ਹੈ, ਪ੍ਰਕਿਰਤੀ ਦੇ ਵਿਰੁੱਧ ਜਿਹੜਾ ਵੀ ਸੈਕਸ ਹੁੰਦਾ ਜਿਹਦੇ ਵਿੱਚ ਪੈਨੀਟ੍ਰੇਸ਼ਨ ਇਨਵੋਲਵਡ ਹੁੰਦੀ ਹੈ, ਉਹਨੂੰ ਸੋਡੋਮਾਈਜ਼ ਕਿਹਾ ਜਾਂਦਾ ਹੈ। ਤਾਂ ਇੰਡੀਆ ਵਿੱਚ ਤਾਂ ਕੰਸੈਂਟ ਨਾਲ ਵੀ ਜੇ ਸੋਡੋਮਾਈਜ਼ ਹੋ ਰਿਹਾ ਤਾਂ ਉਹ ਇਲੀਗਲ ਸੀਗਾ 2018 ਤੋਂ ਪਹਿਲਾਂ, ਜਦੋਂ ਆਰਟੀਕਲ 377 ਨਹੀਂ ਸੀਗਾ। ਫਿਰ ਆਰਟੀਕਲ 377 ਨੂੰ ਵੈਲਿਡ ਕਰਾਰ ਕਰਤਾ ਗਿਆ 2018 ਤੋਂ ਬਾਅਦ। ਭਾਰਤ ਵਿੱਚ ਜਿਹੜਾ ਕੰਸੈਂਸ਼ੂਅਲ ਜਿਹੜਾ ਸੋਡੋਮਾਈਜ਼ੇਸ਼ਨ ਹੈ ਇਹਨੂੰ ਲੀਗਲ ਕਰਾਰ ਕੀਤਾ ਗਿਆ। ਤਾਂ ਮੁੰਡੇ ਰੇਪ ਕੀਤੇ ਜਾ ਸਕਦੇ ਨੇ? ਬਿਲਕੁਲ ਵੀ ਨਹੀਂ। ਮੈਨ ਕਾਂਟ ਬੀ ਰੇਪਡ ਐਟ ਆਲ। ਰੇਪ ਕੀ ਕਹਿੰਦਾ ਹੈ? ਸੈਕਸ਼ਨ 375 ਕਹਿੰਦਾ ਹੈ ਰੇਪ ਐਜ਼ ਸੈਕਸ਼ੂਅਲ ਇੰਟਰਕੋਰਸ ਵਿਦ ਅ ਵੂਮਨ। ਤਾਂ ਜੀ ਕੁਝ ਕਰ ਹੀ ਨਹੀਂ ਸਕਦੇ। ਹੁਣ ਦੇਖੋ ਜੀ, ਇੱਦਾਂ ਹੀ ਹੁੰਦਾ, ਦੇਖੋ ਜਿਹੜੇ ਲਾਜ਼ ਹੁੰਦੇ ਨੇ, ਲਾਜ਼ ਨੇ ਟਾਈਮ ਦੇ ਨਾਲ ਬਦਲਣੇ, ਟਾਈਮ ਦੇ ਨਾਲ ਚੇਂਜ ਹੁੰਦੇ ਆ ਲਾਜ਼। ਸਾਨੂੰ ਟਾਈਮ ਦੇ ਨਾਲ ਹੀ ਪਤਾ ਲੱਗਦਾ ਕਿ ਜਿੱਦਾਂ ਕਿ ਤੁਸੀਂ ਦੇਖਿਆ ਹੋ ਕਿ ਕੌਨਸਟੀਟਿਊਸ਼ਨ ਵਿੱਚ ਅਮੈਂਡਮੈਂਟਸ ਕਿਉਂ ਹੋਈ ਹੈ, ਕਿ ਟਾਈਮ ਦੇ ਨਾਲ ਪਤਾ ਲੱਗਾ ਕਿ ਅੱਛਾ ਉਹ ਇੱਦਾਂ ਕਰਕੇ। ਹੁਣ ਜਿੱਦਾਂ ਆਪਾਂ ਗੱਲ ਕਰੀਏ ਰੇਪ ਦੇ ਅੰਡਰ, ਮੈਰੀਟਲ ਰੇਪ ਜਿਹੜਾ ਹੁੰਦਾ, ਮੈਰੀਟਲ ਰੇਪ ਇੱਕ ਕੰਡੀਸ਼ਨ ਹੈ ਹੀ ਨਹੀਂ। ਮੈਰੀਟਲ ਰੇਪ ਨਾ ਵੀ ਵਿਆਹ ਤੋਂ ਬਾਅਦ ਹੀ ਰੇਪ ਹੁੰਦਾ ਹੈ ਨਾ, ਜਿਹੜੇ ਪਤੀ ਪਤਨੀ ਦੇ ਵਿੱਚ, ਤਾਂ ਉਹਨੂੰ ਕੰਡੀਸ਼ਨ ਹਜੇ ਲਿਖੀ ਹੀ ਹੈ ਨਹੀਂ। ਉਹਦੇ ਉੱਤੇ ਹਜੇ ਹੀਅਰਿੰਗ ਚੱਲੀ ਹੋਈ ਹੈ, ਕੇਸ ਚੱਲਿਆ ਹੋਇਆ, ਤੇ ਕਾਫੀ ਜਲਦੀ ਆਪਾਂ ਇਹਨੂੰ ਦੇਖਣ ਮਿਲ ਸਕਦਾ ਕਿ ਮੈਰੀਟਲ ਰੇਪ ਵੀ ਰੇਪ ਦੇ ਅੰਡਰ ਕੰਸੀਡਰ ਹੋਗਾ। ਬਟ ਐਜ਼ ਆਫ ਨਾਓ ਸੈਕਸ਼ਨ 375 ਦੇ ਅੰਦਰ ਮੈਰੀਟਲ ਰੇਪ ਕੰਡੀਸ਼ਨ ਹੀ ਨਹੀਂ ਹੈ। ਤਾਂ ਕਹਾਣੀ ਇੱਕ ਵਾਰ ਰਿਵਾਈਜ਼ ਕਰ ਲੈਂਦਾ, ਦੱਸ ਦੇਣਾ ਤੁਹਾਨੂੰ ਕੀ ਸੀ। ਮੁੰਡਾ ਸੀ, ਕੰਮ ਕਰਕੇ ਰਾਤ ਨੂੰ ਫੈਕਟਰੀ ਤੋਂ ਨਿਕਲਿਆ, ਜਲੰਧਰ ਦੀ ਗੱਲ ਹੈ, 3-3:30 ਵਜੇ ਉਹਨੂੰ ਕੁੜੀਆਂ ਨੇ ਰੋਕਿਆ, ਐਡਰੈਸ ਬਾਰੇ ਪੁੱਛਿਆ, ਪਤੇ ਬਾਰੇ, ਉਹਨੂੰ ਕੁਝ ਸੰਘਾ ਕੇ ਕਿਡਨੈਪ ਕਰਕੇ ਲੈ ਕੇ ਗਈ, ਉਹਦਾ ਸਾਰੀ ਰਾਤ ਕੀਤਾ ਰੇਪ ਤੇ ਫਿਰ ਸਵੇਰੇ ਉਹਨੂੰ ਬੰਨ੍ਹ ਕੇ ਸੜਕ ਤੇ ਸੁੱਟ ਕੇ ਚਲੀ ਗਈ ਉਹ। ਤੇ ਉਹ ਚਾਰਜ ਵੀ ਨਹੀਂ ਕਰ ਸਕਦੇ, ਕਿਉਂਕਿ ਭਾਰਤ ਵਿੱਚ ਰੇਪ ਦਾ ਮਤਲਬ ਕੀ ਹੈ? ਰੇਪ ਦਾ ਮਤਲਬ ਕੀ ਹੈ? ਸੈਕਸ਼ੂਅਲ ਇੰਟਰਕੋਰਸ ਵਿਦ ਅ ਵੂਮਨ।
ਹਾਂਜੀ, ਮੇਰਾ ਮਕਸਦ ਇਹ ਸੀਗਾ ਤੁਹਾਨੂੰ ਸਟੋਰੀ ਬਾਰੇ ਪਤਾ ਹੋਣਾ ਚਾਹੀਦਾ ਕਿ ਕਹਾਣੀ ਕੀ ਕਹਿੰਦੀ ਹੈ ਤੇ ਅੱਗੇ ਸਾਡੇ ਲਾਜ਼ ਕੀ ਕਹਿੰਦੇ ਨੇ, ਕਿਉਂਕਿ ਐਜ਼ ਅ ਟਿਊਟਰ ਮੇਰਾ ਮਤਲਬ ਮਕਸਦ ਸਿਰਫ ਇਹੀ ਨਹੀਂ ਕਿ ਤੁਹਾਨੂੰ ਕਰੰਟ ਅਫੇਅਰ ਪੜ੍ਹਾਏ ਜਾਉਂ ਸਵੇਰੇ 8 ਵਜੇ। ਮੇਰਾ ਮਕਸਦ ਇਹ ਵੀ ਹੈ ਕਿ ਤੁਹਾਨੂੰ ਬਾਕੀ ਜਿਹੜੇ ਇਹੋ ਜਿਹੇ ਜਿਹੜੀ ਚੀਜ਼ਾਂ ਹੁੰਦੀਆਂ ਨੇ, ਇਹੋ ਜਿਹੇ ਜਿਹੜੇ ਲਾਜ਼ ਹੁੰਦੇ ਨੇ, ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ। ਤਾਂ ਬਾਕੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੁਸੀਂ। ਬਹੁਤ ਇਹੋ ਜਿਹੀ ਆਪਾਂ ਇੰਪੋਰਟੈਂਟ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ।